184 जी जोन में प्रमत नंद बोथा कोरे भगत हेत अवतार लियो है भाग बड़ो बपुरा कोरे। तुम जो कहत हो नंद को नंदन नंद सो नंदन का कोरे। तरन आकाश दसो दिस नाही तब ए नंद कहाँ थोरे। रहाओ संकट नहीं परे जोन नहीं आवे नाम निरंजन जा कोरे। कबीर को स्वामी ऐसो ठाकुर जाके माई न बापोरे। वाहिगुरु जी का खालसा वाहिगुरु जी की फतेह। सब तो पहला इस शब्द की विचार करन लगे गौड़ी दे थले एक छोटा जिहा 5 अखर पिया होया। इस अंक वल वेख के कई प्रेमी पुछदे ने इसका की मतलब है। तो जो टीकाकार जी ने लिखा है कि लफ्ज गौड़ी दे हेठ छोटा अंक 5 दसदा है कि इस शब्द समेत अगाह कबीर जी दे 5 शब्द हैं। हुण असीं शब्द की विचार वल ध्यान दईए। कई शब्द हैं जिन्हां दी उथानका बारे संप्रदायी ज्ञानियां ने लिखिया कि कबीर जी राम का नाम जपते सन ते कबीर जी दे दर्शन करन लई मथुरा तो एक भगत आया जिहड़ा कृष्ण जी का उपासक सी। कबीर जी नूं कहन लगा तुसी राम राम दी बजाए कृष्ण जी जपिया करो। राम जी ते दशरथ दे बेटे सन। ये गल बहुत सारे लोगों के भुलेखे विच है। असी नहीं कहते कि कोई माड़ा है या चंगा है, क्योंकि गुरमत तां इस उलझन विच पैंदी नहीं। गुरमत तां उस रमैये दी सिमरन करन दा हुक्म करदी जिहड़ा जरे जरे विच रमिया होए। पर जिहड़े लोग अवतारवाद विच विश्वास रखते हैं, जिहड़ा श्री रामचंद्र जी का उपासक है, वो उन्होंने सारिया शक्तियां का मालक कहता। जिहड़ा श्री कृष्ण जी नूं मनण वाला है वह कहता कृष्ण जी वड्डे। असीस वड्डे छोटे की उलझन विच नहीं पैंदा, क्योंकि भगत जी नूं ते सारी गल का पता सी। जदों उस कृष्ण भगत जी ने मथुरा तो आए प्रेमी ने भगत जी उत्ते जोर दिता कि तुसी राम राम की बजाय कृष्ण जपिया करो, तो श्री कृष्ण जी ने उहदा भुलेखा दूर कीतिया समझाया। आख्या ये दस जिस कृष्ण जी नूं तुसी भगवान कहंदे हो, मैं ते ना दशरथ दे बेटे राम जी का नाम जपदा ते ना नंद ग्वाले दे बेटे कृष्ण जी का नाम जपदा। मैं तो उस रमे होए राम का नाम जपदा। भगत जी की बाणी इन्हां सब गल्लां दे निर्णय करदी। राम राम करता सब को फिर राम न पाया जा। कबीर राम कहन में भेद है ता मैं एक विचार। सोई राम सबे कहें सोई कौतक हार। कबीर राम राम कहो कहबे माहे बवेक। एक अनेका मिल गया एक समाना एक। इस तरह के पावन श्लोकां शब्दां की विचार करके भगत जी की उस एक
ਰਮੇ ਹੋਏ ਰਾਮ ਦੀ ਉਪਾਸਨਾ ਦਾ ਜੋ ਸਿਧਾਂਤ ਹੈ ਉਹ ਸਾਰੇ ਭਰਮਾਂ ਨੂੰ ਦੂਰ ਕਰ ਦਿੰਦਾ। ਪਰ ਅਸੀਂ ਆਪਣੇ ਇਰਦ ਗਿਰਦ 'ਚ ਦੇਖਦੇ ਹਾਂ ਬਹੁਤ ਸਾਰੇ ਲੋਕ ਹਾਲੀ ਵੀ ਇਹਨਾਂ ਵਿਚਾਰਾਂ ਵਿੱਚ ਹਨ। ਕਿਸੇ ਨਾਲ ਬਾਦ ਵਿਵਾਦ ਕਾਹੂ ਸਿਉ ਨ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਕਿਸੇ ਨਾਲ ਬਹਿਸ ਮਬੈਸਾ ਕਰਨਾ, ਬਾਦ ਵਿਵਾਦ ਕਰਨਾ, ਇਹ ਆਪਣਾ ਸਮਾਂ ਗਵਾਉਣ ਵਾਲੀ ਗੱਲ। ਪਰ ਭਗਤ ਜੀ ਨੇ ਕਿਰਪਾ ਕਰਕੇ ਉਸ ਪ੍ਰੇਮੀ ਦਾ ਸ਼ੰਕਾ ਨਿਵਰਤ ਕੀਤਾ, ਕਿਉਂਕਿ ਕਥਾ ਤੇ ਬਹੁਤ ਲੰਬੀ ਹੈ ਕਿ ਇੱਕ ਸਮੇਂ ਇੱਕ ਰਾਜਾ ਵੀਰ ਸਿੰਘ ਹੋਇਆ। ਉਸ ਨੇ ਆਪਣੀ ਰਾਣੀ ਨੂੰ ਕਿਹਾ ਕਿ ਆਪਾਂ ਵੀ ਤਪੱਸਿਆ ਕਰੀਏ ਤੇ ਜਿਵੇਂ ਰਾਜਾ ਦਸ਼ਰਥ ਦੇ ਘਰ ਸ਼੍ਰੀ ਰਾਮਚੰਦਰ ਜੀ ਨੇ ਜਨਮ ਲਿਆ ਤੇ ਉਹ ਭਾਗਾਂ ਵਾਲੇ ਬਣੇ, ਆਪਾਂ ਵੀ ਆਪਣੇ ਘਰ ਭਗਵਾਨ ਨੂੰ ਸੱਦਾ ਦੇਈਏ, ਸਾਡੇ ਘਰ ਵੀ ਜਨਮ ਲਵੇ। ਤੋ ਕਹਿੰਦੇ ਨੇ ਉਸ ਰਾਜੇ ਰਾਣੀ ਨੇ 12 ਸਾਲ ਤਪੱਸਿਆ ਕੀਤੀ। ਉਹਨਾਂ ਦੀ ਤਪੱਸਿਆ ਤੇ ਪ੍ਰਸੰਨ ਹੋ ਕੇ ਭਗਵਾਨ ਨੇ ਕਿਹਾ, ਮੰਗੋ ਵੀ ਕੀ ਮੰਗਣਾ, ਕਿ ਜੀ ਸਾਡੀ ਇਹ ਮੰਗ ਹੈ। ਕਹਿਣ ਲੱਗੇ ਵੀ ਓਨੀ ਤਪੱਸਿਆ ਤੇ ਤੁਹਾਡੀ ਨਹੀਂ ਜਿਤਨੀ ਰਾਜਾ ਦਸ਼ਰਥ ਦੀ ਸੀ। ਹਾਂ, ਤੁਸੀਂ 12 ਸਾਲ ਤਪ ਕੀਤਾ, ਮੈਂ ਤੁਹਾਡੇ ਘਰ 12 ਸਾਲ ਲਈ ਭਗਵਾਨ ਰੂਪ ਆ ਕੇ ਪੈਦਾ ਹੋਵਾਂਗਾ। ਇਹ ਹਿੰਦੂ ਸ਼ਾਸਤਰਾਂ ਵਿੱਚ, ਗ੍ਰੰਥਾਂ ਵਿੱਚ ਲਿਖਿਆ ਹੋਇਆ। ਅਕਸਰ ਅਸੀਂ ਕ੍ਰਿਸ਼ਨ ਭਗਤਾਂ ਦੇ ਮੂੰਹ ਤੋਂ ਸੁਣਦੇ। ਤੇ ਰਾਜਾ ਕੰਸ ਜੋ ਮਥੁਰਾ ਦਾ ਰਾਜਾ ਸੀ, ਜਿਸ ਨੇ ਰਾਜ ਭਾਗ ਪ੍ਰਾਪਤ ਕਰਨ ਲਈ ਆਪਣੇ ਪਿਤਾ ਉਗਰਸੈਨ ਨੂੰ ਰਾਜ ਗੱਦੀ ਤੋਂ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਆਪ ਰਾਜਾ ਬਣ ਗਿਆ। ਉਸ ਨੇ ਆਪਣੀ ਭੈਣ ਦੇਵਕੀ ਦਾ ਵਿਆਹ ਵਾਸੁਦੇਵ ਜੀ ਨਾਲ ਕੀਤਾ। ਕਹਿੰਦੇ ਨੇ ਰਾਜਾ ਕੰਸ ਨੇ ਜੋਤਸ਼ੀਆਂ ਨੂੰ ਪੁੱਛਿਆ, ਮੇਰੀ ਮੌਤ ਦਾ ਕਾਰਨ ਕਦੋਂ ਤੇ ਕਿਵੇਂ ਬਣੇਗਾ? ਉਹਨਾਂ ਨੇ ਦੱਸਿਆ ਕਿ ਤੇਰੀ ਮੌਤ ਦਾ ਕਾਰਨ ਤੇਰੀ ਭੈਣ ਦੀ ਕੁੱਖੋਂ ਪੈਦਾ ਹੋਵੇਗਾ। ਗੱਲ ਕੀ, ਉਸ ਕੰਸ ਨੇ ਆਪਣੇ ਭੈਣ ਦੇਵਕੀ ਅਤੇ ਉਸਦੇ ਪਤੀ ਵਾਸੁਦੇਵ ਨੂੰ ਮਥੁਰਾ ਦੇ ਅੰਦਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਉਹਨਾਂ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਜਦੋਂ ਸਮਾਂ ਪੂਰਾ ਹੋਣ ਤੇ ਜੋ ਸੰਤਾਨ ਪੈਦਾ ਹੋਵੇ ਮੇਰੀ ਭੈਣ ਦੇ ਘਰ, ਉਹ ਮੈਨੂੰ ਦੱਸਿਆ ਜਾਏ। ਇਸੇ ਤਰ੍ਹਾਂ ਉਸ ਨੇ ਜੋ ਵੀ ਬੱਚਾ ਪੈਦਾ ਹੁੰਦਾ ਉਸ ਨੂੰ ਮਰਵਾ ਦਿੰਦਾ। ਕਿਤਨੇ ਬੱਚੇ ਮਾਰੇ, ਕਿਤਨੇ ਨਹੀਂ ਮਾਰੇ। ਜਦੋਂ ਉਹ ਸਮਾਂ ਆਇਆ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਲੈਣ ਦਾ, ਤਾਂ ਕਹਿੰਦੇ ਨੇ ਵਾਸੁਦੇਵ ਦੇ ਮਿੱਤਰ ਨੰਦ ਗਵਾਲਾ, ਜੋ ਕਿ ਗੋਕਲ ਦੇ ਰਹਿਣ ਵਾਲੇ ਸਨ, ਉਹਨਾਂ ਨਾਲ ਮਿੱਤਰਤਾ ਸੀ। ਵਾਸੁਦੇਵ ਨੇ ਆਪਣੀ ਦਰਦ ਭਰੀ ਪੀੜਾ ਆਪਣੇ ਮਿੱਤਰ ਨੂੰ ਦੱਸੀ ਕਿ ਮੇਰੇ ਨਾਲ ਤੇ ਇਸ ਤਰ੍ਹਾਂ ਬੀਤ ਰਹੀ ਹੈ, ਕਿਉਂਕਿ ਉਸ ਰਾਜਾ ਵੀਰ ਸਿੰਘ ਜੋ ਹੁਣ ਨੰਦ ਦੇ ਨਾਮ ਤੇ ਗਵਾਲਾ ਸੀ, ਉਹਦੇ ਨਾਲ ਵੈਦਾ ਸੀ, ਉਹਦੇ ਘਰ ਲੜਕੀ ਨੇ ਜਨਮ ਲੈਣਾ ਸੀ। ਉਹਨੇ ਆਪਣੇ ਮਿੱਤਰ ਨਾਲ ਮਿੱਤਰਤਾ ਨਿਭਾਈ। ਕਹਿਣ ਲੱਗਾ, ਜੇ ਤੁਸੀਂ ਬੱਚੇ ਨੂੰ ਮੇਰੇ ਕੋਲ ਪਹੁੰਚਾ ਦਿਓ ਤੇ ਜਿਹੜੀ ਬੱਚੀ ਜਾਂ ਬੱਚਾ ਮੇਰੇ ਘਰ ਪੈਦਾ ਹੋਵੇਗਾ ਉਹ ਮੈਂ ਤੈਨੂੰ ਦੇ ਦੇਵਾਂਗਾ। ਇਹ ਸਾਰਾ ਸ਼ਰਧਾਲੂ ਸਮਾਜ ਜਾਣਦਾ ਹੈ। ਮੈਂ ਇਹਦੇ 'ਚ ਬਹੁਤੀ ਉਕਾਈ ਜਾਂ ਵਧਾਈ ਦੀ ਗੱਲ ਨਹੀਂ ਕਰਦਾ। ਕਹਿੰਦੇ ਨੇ ਜਿਸ ਦਿਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ, ਸਾਰੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਗਏ। ਜਿਹੜੇ ਚੌਕੀਦਾਰ ਸਿਪਾਹੀ ਸਨ ਸੰਤਰੀ ਸੌਂ ਗਏ ਤੇ ਵਾਸੁਦੇਵ ਜੀ ਇੱਕ ਟੋਕਰੀ ਵਿੱਚ ਆਪਣੇ ਬੱਚੇ ਨੂੰ
ਪਾ ਕੇ ਜਮਨਾ ਨਦੀ ਤੋਂ ਪਾਰ ਗੋਕਲ ਵਿੱਚ ਨੰਦ ਗਵਾਲੇ ਦੇ ਘਰ ਦੇਣ ਲਈ ਗਏ। ਅੱਗੇ ਜਮਨਾ ਬਹੁਤ ਚੜੀ ਹੈ। ਕਹਿੰਦੇ ਨੇ ਜਮਨਾ ਸ਼੍ਰੀ ਕ੍ਰਿਸ਼ਨ ਜੀ ਦੇ ਚਰਨ ਪਰਸਨ ਵਾਸਤੇ ਚੜੀ। ਤੋ ਸ਼੍ਰੀ ਕ੍ਰਿਸ਼ਨ ਜੀ ਨੇ ਇਹ ਸੋਚ ਕੇ ਕਿ ਕਿਧਰੇ ਜਮਨਾ ਮੇਰੇ ਪਿਤਾ ਨੂੰ ਡੋਬ ਨਾ ਦੇ, ਉਹਨਾਂ ਨੇ ਆਪਣੇ ਚਰਨ ਟੋਕਰੀ ਤੋਂ ਬਾਹਰ ਕੱਢੇ ਤੇ ਜਮਨਾ ਸਪਰਸ਼ ਕਰਕੇ ਨੀਵੀਂ ਹੋ ਕੇ ਚੱਲਣ ਲੱਗ ਪਈ। ਵਾਸੁਦੇਵ ਜੀ ਜਮਨਾ ਤੋਂ ਪਾਰ ਗਏ, ਨੰਦ ਗਵਾਲੇ ਦੇ ਘਰ ਪਹੁੰਚੇ। ਦੇਵਨੇਤ ਨਾਲ ਉਸੇ ਰਾਤ ਉਹਦੇ ਘਰ ਲੜਕੀ ਨੇ ਜਨਮ ਲਿਆ। ਸੋ ਇਸ ਤਰ੍ਹਾਂ ਇਹਨਾਂ ਮਿੱਤਰਾਂ ਨੇ ਇਹ ਵਟਾਂਦਰਾ ਕੀਤਾ। ਕ੍ਰਿਸ਼ਨ ਜੀ ਨੂੰ ਨੰਦ ਗਵਾਲੇ ਦੇ ਘਰ ਵਾਸੁਦੇਵ ਜੀ ਛੱਡ ਆਏ ਤੇ ਉਹਦੀ ਲੜਕੀ ਨੂੰ ਟੋਕਰੇ ਵਿੱਚ ਪਾ ਕੇ ਵਾਪਸ ਲੈ। ਫਿਰ ਉਸੇ ਤਰ੍ਹਾਂ ਜੰਦਰੇ ਲੱਗ ਗਏ, ਸਭ ਕੁਝ। ਸਿਪਾਹੀਆਂ ਨੇ ਸਵੇਰੇ ਕੰਸ ਨੂੰ ਦੱਸਿਆ ਕਿ ਤੇਰੀ ਭੈਣ ਦੇ ਘਰ ਲੜਕੀ ਨੇ ਜਨਮ ਲਿਆ। ਕਹਿੰਦੇ ਨੇ ਉਸ ਜ਼ਾਲਮ ਨੇ ਲੜਕੀ ਨੂੰ ਮੰਗਵਾਇਆ ਤੇ ਧੋਬੀ ਦੇ ਪਟੜੇ ਉੱਤੇ ਪਟਕਾ ਕੇ ਮਾਰੇ ਤੇ ਉਹ ਬਿਜਲੀ ਬਣ ਗਈ। ਤੇ ਉਸ ਨੇ ਗਾਇਬੀ ਆਵਾਜ਼ ਵਿੱਚ ਕਿਹਾ, ਮੈਨੂੰ ਤੇ ਤੂੰ ਪਾਪੀਆ ਮਾਰਿਆ ਹੈ, ਪਰ ਤੇਰੇ ਮਾਰਨ ਵਾਲਾ ਜਿਹੜਾ ਉਹ ਜਮਨਾ ਪਾਰ ਪਲ ਰਿਹਾ ਹੈ। ਇਹ ਗਾਥਾ ਅਸੀਂ ਬਚਪਨ ਤੋਂ ਸੁਣਦੇ ਆਏ। ਫਿਰ ਸ਼੍ਰੀ ਕ੍ਰਿਸ਼ਨ ਜੀ 12 ਸਾਲ ਨੰਦ ਗਵਾਲੇ ਦੇ ਘਰ ਯਸ਼ੋਦਾ ਦੀ ਗੋਦ ਵਿੱਚ ਉਹਦੇ ਕੋਲ ਪਲੇ ਤੇ ਵੱਡੇ ਹੋ ਕੇ ਫਿਰ ਉਹਨਾਂ ਨੇ ਕੰਸ ਨੂੰ ਮਾਰਿਆ। ਹੁਣ ਭਗਤ ਕਬੀਰ ਜੀ ਉਸ ਸ਼ਰਧਾਲੂ ਦਾ ਸ਼ੰਕਾ ਨਿਵਰਤ ਕਰਦੇ ਔਰ ਆਪਣਾ ਸਿਧਾਂਤ ਪ੍ਰਗਟ ਕਰਦੇ। ਕਹਿੰਦੇ, ਹੇ ਭਗਤ ਜੀ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਤੁਸੀਂ ਜੋ ਕਹਿੰਦੇ ਹੋ ਕਿ ਸ਼੍ਰੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਸਨ, ਫਿਰ ਇਹ ਦੱਸੋ ਨੰਦ ਕਿਹਦਾ ਪੁੱਤਰ ਸੀਗਾ, ਉਹਦਾ ਪਿਤਾ ਕੌਣ ਸੀ? ਬੜੀ ਲੌਜਿਕ ਵਾਲੀ, ਦਲੀਲ ਵਾਲੀ ਗੱਲ ਹੈ। ਅਖਰੀ ਅਰਥਾਂ ਵੱਲ ਵੀ ਧਿਆਨ ਰੱਖੋ। ਤੇ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਸ਼ੰਕੇ ਦੀ ਨਿਵਰਤੀ ਕੀਤੀ, ਉਹਦਾ ਵੀ ਧਿਆਨ ਰੱਖੋ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਪਹਿਲਾਂ ਇਹ ਨਿਰਣਾ ਕਰੋ, ਤੁਸੀਂ ਜੋ ਕਹਿੰਦੇ ਹੋ ਕਿ ਕ੍ਰਿਸ਼ਨ ਜੀ ਨੰਦ ਦੇ ਨੰਦਨ ਹਨ, ਫਿਰ ਇਹ ਵੀ ਦੱਸੋ ਕਿ ਨੰਦ ਦਾ ਪਿਤਾ ਕੌਣ ਸੀ? ਧਰਨੇ ਆਕਾਸ਼ ਦੱਸੋ ਦਿਸ ਨਾਹੀ। ਜਦੋਂ ਨਾ ਧਰਤੀ ਸੀ ਨਾ ਆਕਾਸ਼ ਸੀ, ਨਾ ਇਹ ਦੱਸੋ ਦਿਸ਼ਾਵਾਂ ਸਨ, ਤਬ ਇਹ ਨੰਦ ਕਹਾਂ ਥੋਰੇ। ਉਦੋਂ ਇਹ ਨੰਦ ਕਿੱਥੇ ਸੀ? ਦੇਖੋ, ਭਗਤ ਜੀ ਨੂੰ ਅਨੁਭਵ ਹੈ। ਉਹ ਜਿਸ ਰਾਮ ਨੂੰ ਮੰਨਦੇ ਹਨ, ਜਿਸ ਦਾ ਸਿਮਰਨ ਕਰਦੇ ਹਨ, ਉਹਦੀ ਵਿਆਖਿਆ ਵੀ ਦੱਸਦੇ ਹਨ। ਭਾਈ, ਉਹ ਰਾਮ ਕਿਹੜਾ ਹੈ? ਉਹ ਦਸ਼ਰਥ ਜੀ ਦੇ ਬੇਟੇ ਰਾਮ ਦੀ ਗੱਲ ਨਹੀਂ ਕਰ। ਉਹ ਕਹਿੰਦੇ 184 ਜੀ ਜੋਨ ਮੈਂ, 84 ਲੱਖ ਜੂਨੀਆਂ ਵਿੱਚ ਨੰਦ ਭਟਕਦਾ ਰਿਹਾ ਅਤੇ ਉਸ ਦੀ ਕੀਤੀ ਹੋਈ ਭਗਤੀ ਦੇ ਕਾਰਨ 184 ਜੀ ਜੋਨ ਮੈਂ ਭ੍ਰਮਤ ਨੰਦ ਬਹੁਥਾ ਕੋਰੇ। ਭਗਤ ਹੇਤ ਅਵਤਾਰ ਲਿਓ ਹੈ, ਭਾਗ ਬੜੋ ਬਪੁਰਾ ਕੋਰੇ। ਆਖਿਆ ਉਹ ਨੰਦ ਦੇ ਭਾਗ ਵੱਡੇ ਸਨ, ਉਹਨੇ ਭਗਤੀ ਕੀਤੀ ਸੀ ਔਰ ਉਸ ਭਗਤੀ ਦੇ ਕਾਰਨ ਉਹਦੇ ਘਰ ਸ਼੍ਰੀ ਕ੍ਰਿਸ਼ਨ ਜੀ
12 ਸਾਲ ਤੀਕਰ ਉੱਥੇ ਪਰਵਰਿਸ਼ ਪਾਈ। ਹੁਣ ਇਹ ਗੱਲ ਬੜੀ ਸਪਸ਼ਟ ਵੀ ਹੈ ਤੇ ਸਾਨੂੰ ਇਤਿਹਾਸਕ ਤੌਰ ਤੇ ਸਮਝ ਲੈਣੀ ਚਾਹੀਦੀ। ਭਗਤ ਜੀ ਨੇ ਉਸ ਦਾ ਭੁਲੇਖਾ ਵੀ ਦੂਰ ਕੀਤਾ, ਕਿਉਂਕਿ ਗੁਰਬਾਣੀ ਤੇ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ। ਜਿਹੜੇ ਲੋਕ ਕਹਿੰਦੇ ਨੇ ਕਿ ਰੱਬ ਫਲਾਣੀ ਥਾਂ ਜੰਮਿਆ, ਫਲਾਣੀ ਥਾਂ, ਬਾਣੀ ਤੇ ਕਹਿੰਦੀ ਹੈ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਜਿਹੜੀ ਜ਼ਬਾਨ, ਜਿਹੜਾ ਮੂੰਹ ਇਹ ਕਹਿੰਦਾ ਕਿ ਰੱਬ ਫਲਾਣੇ ਘਰ ਪੁੱਤਰ ਬਣ ਕੇ ਜੰਮਿਆ, ਉਹ ਜ਼ਬਾਨ ਸੜ ਜਾਏ, ਕਿਉਂਕਿ ਪਰਮਾਤਮਾ ਤੇ ਇਸ ਤਰ੍ਹਾਂ ਪੈਦਾ ਨਹੀਂ ਹੁੰਦਾ। ਉਹਦਾ ਤੇ ਨਾ ਕੋਈ ਮਾਂ ਹੈ ਨਾ ਪਿਓ ਹੈ, ਉਹ ਤੇ ਸਹਿਬੰਗ। ਉਹ ਸਾਰਾ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੇ ਵਿਸਥਾਰ ਨਾਲ ਲਿਖਿਆ ਕਿ ਜਿਹੜੇ ਲੋਕ ਇਹਨਾਂ ਭਰਮਾਂ ਵਿੱਚ ਪਏ ਹੋਏ ਨੇ ਉਹ ਬੜੇ ਭੁਲੇਖੇ ਵਿੱਚ। ਰਾਮ ਜਿਹੜਾ ਰਮਿਆ ਹੋਇਆ, ਸਾਰੇ ਸੰਸਾਰ ਦਾ ਹਰਤਾ ਕਰਦਾ, ਉਹ ਕਦੇ ਕਿਸੇ ਜੂਨੀ ਵਿੱਚ ਨਹੀਂ ਹੁੰਦਾ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮੂਲ ਮੰਤਰ ਪੜ੍ਹਦੇ, ਇਹ ਵੱਖਰੀ ਗੱਲ ਹੈ ਕਿ ਅਸੀਂ ਪੜ੍ਹੀ ਜਾਂਦੇ ਹਾਂ, ਵਿਚਾਰ ਨਹੀਂ ਕਰਦੇ। ਉਹਦੇ ਵਿੱਚ ਮਹਾਰਾਜ ਨੇ ਸਾਰਾ ਕੁਝ ਸਪਸ਼ਟ ਕੀਤਾ। ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿਬੰਗ ਸੁਤੇ ਪ੍ਰਕਾਸ਼। ਪਰ ਉਹਦੀ ਸੋਝੀ ਗੁਰੂ ਦੀ ਕਿਰਪਾ ਦੁਆਰਾ। ਤੋ ਭਗਤ ਕਬੀਰ ਜੀ ਨੇ ਇਸ ਸ਼ਬਦ ਦੇ ਰਾਹੀਂ ਇਹ ਸਾਰਾ ਭਰਮ ਦੂਰ ਕਰ ਦਿੱਤਾ। ਆਖਿਆ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਤੁਸੀਂ ਜੋ ਕਹਿੰਦੇ ਹੋ ਕਿ ਸ਼੍ਰੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਹਨ, ਫਿਰ ਇਹ ਵੀ ਦੱਸੋ ਨੰਦ ਕਿਹਦਾ ਪੁੱਤਰ ਹੈ? ਨੰਦ ਦੇ ਪਿਤਾ ਦਾ ਨਾਮ ਦੱਸੋ। ਪਰ ਜਿਹੜਾ ਉਹ ਪਰਮਾਤਮਾ ਜਿਸ ਦਾ ਮੈਂ ਸਿਮਰਨ ਕਰਦਾ, ਧਰਨੇ ਆਕਾਸ਼ ਦੱਸੋ ਜਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਜਦੋਂ ਧਰਤੀ ਵੀ ਨਹੀਂ ਸੀ, ਆਕਾਸ਼ ਵੀ ਨਹੀਂ ਸੀ, ਦਸੋ ਦਿਸ਼ਾਵਾਂ ਵੀ ਨਹੀਂ ਸਨ, ਉਦੋਂ ਇਹ ਨੰਦ ਕਿੱਥੇ ਸੀ? ਇਹ ਠੀਕ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਸਮੇਂ-ਸਮੇਂ ਇਹੋ ਜਿਹੇ ਅਵਸਰ ਮਿਲਦੇ ਹਨ, ਪਰ ਇਹ ਤਾਂ ਪਰਮਾਤਮਾ ਦੀ ਖੇਡ ਪਰਮਾਤਮਾ ਹੀ ਜਾਣਦਾ। ਇਹ ਠੀਕ ਹੈ ਕਿ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਲਿਖਿਆ, ਅਸੀਂ ਸਭ ਕੁਝ ਸੁਣਦੇ ਪੜ੍ਹਦੇ ਹਾਂ ਕਿ ਨੰਦ ਜੀ ਨੇ, ਉਹਨਾਂ ਦੀ ਪਤਨੀ ਯਸ਼ੋਦਾ ਨੇ ਪਿਛਲੇ ਜਨਮ ਵਿੱਚ ਤਪ ਕੀਤਾ, ਬੰਦਗੀ ਕੀਤੀ, ਔਰ ਉਸ ਬੰਦਗੀ ਦੇ ਫਲ ਸਰੂਪ 184 ਜੀ ਜੋਨ ਮੈਂ ਭ੍ਰਮਤ ਨੰਦ ਬਹੁ ਠਾਕੁਰੇ, ਭਗਤ ਹੇਤ ਅਵਤਾਰ ਲਿਓ ਹੈ। ਹੁਣ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ। ਭਗਤੀ ਦੇ ਕਾਰਨ ਉਸ ਰਾਜਾ ਵੀਰ ਸਿੰਘ ਤੇ ਉਹਦੀ ਪਤਨੀ ਦੇ ਭਗਤੀ ਕਰਨ ਕਰਕੇ ਉਹਦੇ ਘਰ ਸ਼੍ਰੀ ਕ੍ਰਿਸ਼ਨ ਜੀ ਇੰਨਾ ਸਮਾਂ ਰਹੇ। ਭਗਤ ਹੇਤ ਅਵਤਾਰ ਲਿਓ ਹੈ, ਭਾਗ ਬੜੋ ਬਪੁਰਾ ਕੋਰੇ। ਵਿਚਾਰੇ ਨੰਦ ਜੀ ਦੇ ਵੱਡੇ ਭਾਗ ਸਨ। ਉਹਨਾਂ ਨੇ ਤਪੱਸਿਆ ਕੀਤੀ, ਉਹਨਾਂ ਦੀ ਬੰਦਗੀ ਤੇ ਭਗਤੀ ਤੇ ਖੁਸ਼ ਹੋ ਕੇ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਘਰ ਰਹੇ। ਇਸੇ ਲਈ ਬੜੇ ਅਦਬ ਦੇ ਨਾਲ ਨੰਦ ਗਵਾਲਾ ਜੀ ਦਾ ਨਾਮ ਲਿਆ ਜਾਂਦਾ ਹੈ, ਉਹਨਾਂ ਦੀ ਪਤਨੀ ਮਾਤਾ ਯਸ਼ੋਦਾ ਜੀ ਦਾ ਨਾਮ ਲਿਆ ਜਾਂਦਾ ਹੈ। ਸਾਨੂੰ ਇਸ 'ਤੇ ਕੋਈ ਕਿਸੇ ਤਰ੍ਹਾਂ ਦਾ ਕਿੰਤੂ ਨਹੀਂ, ਇਹ ਤਾਂ ਗੱਲਾਂ ਇਤਿਹਾਸਕ ਨੇ। ਪਰ ਭਾਈ
उस श्रद्धालु का जो भुलेखा सी ਉਹਨੂੰ भगत कबीर जी ने दूर कर दिता, साडा सारियां दा दूर किया। आख्या संकट नहीं परै जोन नहीं आवे, नाम निरंजन जाको रे। आख्या वो परमात्मा जिसका मैं सिमरन करदा, जिहदा नाम निरंजन है, जो निरंजन है, जो माया की कालख तो रहत है, वो कदे भी माता के घर विच नहीं आउंदा, वो कदे जूनियां विच नहीं पैंदा। संकट नहीं परै जोन नहीं आवे, संकट दे टैंके नूं स्यारी, वो कदे इस तरह की स्थिति विच नहीं आउंदा, वो कदे जूनिया विच नहीं आउंदा। नाम निरंजन जाको रे, जिसका नाम निरंजन है, बाणी च जगह जगह आउंदा, ऐसा नाम निरंजन होए, जे को मन जाने मन कोए। भाई कबीर जी ने स्पष्ट किया, मैं ते उस निरंजन नूं जपदा हां। कबीर को स्वामी ऐसो ठाकुर, जाके माई न बापोरे। कबीर जी ने कहा मेरा मालिक एहो जिहा ठाकुर है, जाके माई न बापोरे, जिहदी ना माँ है ना प्यो। जिहड़ा सहभंग है, जिहड़ा सुते प्रकाश है, जिस बारे जपजी साहिब स्पष्ट लिखिया, थापिया न जाए कीता न होए, आपे आप निरंजन सोए। जिन सेव्या तिन पाया मान, नानक गाविए गुणी निधान। गाविए सुनिए मन रखिए भाव, दुख पर हर सुख घर ले जाओ। साध संगत ये गल कहन लग्या मैनू संकोच नहीं, बचपन तो बड़ी बारी पाठ किया, बड़ी बारी भगत बाणी पढ़ी, बड़ी बारी भगत बाणी की कथा भी की, पर जो गल्लां हुण समझ विच आ रही हैं, ये विचार तो बिना समझ नहीं आती। इसलिए मैं चढ़दी कला टाइम टीवी ਲਈ हमेशा अरदास करदा, जिन्हां दे सुपराले सदका सानू इस खजाने नूं विचारन दा अवसर मिलिया और संगतां नाल सांझ पाउण दा भी अवसर मिलिया। तो बड़े ध्यान नाल शब्द पढ़ो, विचार करो। 184 जी जोन में प्रमत नंद बहु ठाकुरे, भगत हेत अवतार लियो है, भाग बड़ो बपुरा कोरे। तुम जो कहत हो नंद को नंदन, नंद सो नंदन का कोरे। तरने आकाश दसो धिस नाही, तब ए नंद कहाँ थोरे। रहाओ संकट नहीं परै जोन नहीं आवे, नाम निरंजन जाको रे। कबीर को स्वामी ऐसो ठाकुर, जाके माई न बापो रे। वाहिगुरु जी का खालसा, वाहिगुरु जी की फतेह।